ਪਿਆਰੇ ਦੋਸਤੋ, ਗਲੋਬਲ ਟੈਲੀਕਾਸਟ ਦੇ 5ਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ। ਖੇਤੀ ਸਾਜ਼ਿਸ਼ ਉੱਤੇ ਜਿਹੜੀ ਅਸੀਂ ਲੜੀ ਸ਼ੁਰੂ ਕੀਤੀ ਸੀ, ਇਹ ਹੈ ਉਸ ਦਾ ਚੌਥਾ ਭਾਗ। ਮੁੱਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਸੰਖੇਪ ਦੇ ਵਿੱਚ ਸੱਚੀ ਕਹਾਣੀ ਸਾਂਝੀ ਕਰਾਂਗੇ। ਸਾਲ ਸੀ 1855। 16 ਸਾਲ ਦਾ ਇੱਕ ਲੜਕਾ ਰੋਜ਼ਗਾਰ ਦੀ ਭਾਲ ਵਿੱਚ ਭਟਕਦਾ ਇੱਕ ਕਮਿਸ਼ਨ ਮਰਜੈਂਟ ਕੰਪਨੀ ਦੇ ਵਿੱਚ ਜਾ ਕੇ ਮੁਨਸ਼ੀ ਲੱਗ ਜਾਂਦਾ, ਜਾਨੀ ਅਸਿਸਟੈਂਟ ਬੁੱਕ ਕੀਪਰ। ਗਣਿਤ ਦੇ ਵਿੱਚ ਬੜਾ ਤੇਜ਼ ਸੀ, ਇਸ ਕਰਕੇ 6 ਮਹੀਨਿਆਂ ਦੇ ਅੰਦਰ ਹੀ ਉਹ ਉਸ ਕੰਪਨੀ ਦਾ ਕੈਸ਼ੀਅਰ ਬਣ ਗਿਆ। 4 ਸਾਲ ਮਿਹਨਤ ਕਰਕੇ ਕੁਝ ਪੈਸਾ ਜਮ੍ਹਾਂ ਕੀਤਾ। ਜਿੰਨਾ ਪੈਸਾ ਉਹਨੇ ਆਪ ਜਮ੍ਹਾਂ ਕੀਤਾ, ਉਨਾ ਹੀ ਪੈਸਾ ਆਪਣੇ ਬਾਪੂ ਤੋਂ ਉਧਾਰ ਲੈ ਕੇ ਆਪਣੇ ਦੋਸਤ ਦੇ ਨਾਲ ਪਾਰਟਨਰਸ਼ਿਪ ਦੇ ਵਿੱਚ, ਅੱਧੋ-ਅੱਧ ਪਾਰਟਨਰਸ਼ਿਪ ਦੇ ਵਿੱਚ ਕਮਿਸ਼ਨ ਮਰਚੈਂਟ ਕੰਪਨੀ ਬਣਾ ਲਈ ਆਪਣੀ। ਪਰ ਉਹਨਾਂ ਨੇ ਵਪਾਰ ਕਰਨ ਦਾ ਜਿਹੜਾ ਖੇਤਰ ਚੁਣਿਆ ਉਹ ਨਹੀਂ ਸੀ, ਸਗੋਂ ਅਨਾਜ ਦਾ ਖੇਤਰ ਸੀ। ਫਿਰ 4 ਸਾਲਾਂ ਤੋਂ ਬਾਅਦ 1863 ਦੇ ਵਿੱਚ ਉਹ ਤੇਲ ਦੇ ਕਾਰੋਬਾਰ ਵਿੱਚ ਪ੍ਰਵੇਸ਼ ਕਰ ਜਾਂਦਾ। ਮਿੱਟੀ ਦਾ ਤੇਲ ਵੇਚਣਾ ਸ਼ੁਰੂ ਕਰਦਾ। ਮਿੱਟੀ ਦਾ ਤੇਲ ਵੇਚਣ ਦੇ ਵੇਚਦੇ ਉਸਨੇ ਆਪਣੀ ਇੱਕ ਰਿਫਾਈਨਰੀ ਲਾ ਲਈ, ਉਸ ਨੂੰ ਸਾਫ਼ ਕਰਨ ਦੇ ਵਾਸਤੇ। ਫਿਰ ਉਸਦਾ ਕਾਰੋਬਾਰ ਫੈਲ ਗਿਆ ਸਾਰੇ ਦੇਸ਼ ਦੇ ਵਿੱਚ, ਤੇ ਨਾਲ ਹੀ ਜਿਹੜਾ ਆਵਾਜਾਈ ਦਾ ਸਾਧਨ ਸੀ, ਲੈਂਡਲਾਈਨ, ਸਰਫਸ ਲਾਈਨ, ਪਾਣੀ ਤੋਂ ਚੱਲਣ ਵਾਲੀਆਂ ਕਿਸ਼ਤੀਆਂ, ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ। ਦੇਖਦੇ ਹੀ ਦੇਖਦੇ ਸਾਰੇ ਦੇਸ਼ ਦਾ ਤੇਲ ਦਾ ਕਾਰੋਬਾਰ ਸੀ ਜਿਹੜਾ, ਉਹਦੇ 90% ਦੇ ਉੱਤੇ ਉਹਦਾ ਕਬਜ਼ਾ ਹੋ ਗਿਆ। ਤੇ ਜਦੋਂ ਉਹਨੇ ਆਪਣੀ ਉਮਰ ਦਾ 33ਵਾਂ ਜਨਮ ਦਿਨ ਮਨਾਇਆ ਤਾਂ ਉਹ ਆਪਣੇ ਦੇਸ਼ ਦਾ ਸਭ ਤੋਂ ਧਨਵਾਨ ਬੰਦਾ ਸੀ। ਔਰ ਤੁਸੀਂ ਸ਼ਾਇਦ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਉਹ ਅਮਰੀਕਾ ਦਾ ਜੌਹਨ ਡੇਵਿਸ ਰੌਕਫੈਲਰ ਸੀ, ਜਿਹਨੇ 17 ਸਾਲਾਂ ਦੇ ਵਿੱਚ ਹੀ ਇੱਕ ਮੁਨਸ਼ੀ ਤੋਂ ਉੱਠ ਕੇ ਦੇਸ਼ ਦੇ ਸਭ ਤੋਂ ਧਨਵਾਨ ਹੋਣ ਦਾ ਜਿਹੜਾ ਰੁਤਬਾ ਹਾਸਲ ਕੀਤਾ। ਤੁਸੀਂ ਸੋਚੋਗੇ ਕਿ ਇਹ ਕਹਾਣੀ ਕਿਉਂ ਸੁਣਾਈ ਗਈ? ਅਸਲ ਦੇ ਵਿੱਚ ਇਹ ਕਹਾਣੀ ਦੱਸਣ ਦਾ ਮਨੋਰਥ ਇਹ ਸੀ ਕਿ ਪੂੰਜੀ ਦੇ ਵਾਸਤੇ, ਪੂੰਜੀ ਦੀ ਚੜ੍ਹਤ ਦੇ ਵਾਸਤੇ ਸਾਰਾ ਅਸਮਾਨ ਖਾਲੀ ਪਿਆ ਸੀ, ਤੇ ਜਿਹੜਾ ਵਿਅਕਤੀ 17 ਸਾਲਾਂ ਦੇ ਵਿੱਚ ਹੀ ਇਹ ਰੁਤਬਾ ਹਾਸਲ ਕਰਦਾ, ਇੰਨਾ ਧਨ ਇਕੱਤਰ ਕਰਦਾ, ਉਹਦੀਆਂ ਲਾਲਸਾਵਾਂ ਕੀ ਹੋਣਗੀਆਂ ਤੇ ਉਹਦੀਆਂ ਅੰਬੀਸ਼ਨਸ ਕਿੰਨੀਆਂ ਵੱਡੀਆਂ ਹੋਣਗੀਆਂ। ਉਸ ਨੂੰ ਆਪਣਾ ਦੇਸ਼ ਛੋਟਾ ਲੱਗਣਾ ਸ਼ੁਰੂ ਹੋ ਗਿਆ ਤੇ ਉਹਦੀਆਂ ਅੰਬੀਸ਼ਨ ਜਿਹੜੀਆਂ ਨਾ ਉਹ ਗਲੋਬਲ ਹੁੰਦੀਆਂ ਗਈਆਂ। ਔਰ ਜਦੋਂ ਉਹਦਾ ਅੰਪਾਇਰ ਸਿਰਜਿਆ ਜਾ ਰਿਹਾ ਸੀ ਤਾਂ ਉਹਨੇ ਇੱਕ ਗੱਲ ਬਹੁਤ ਹੀ ਬਰੀਕੀ ਦੇ ਨਾਲ ਸਿੱਖੀ ਕਿ ਅਗਰ ਤੇਜ਼ ਤਰੱਕੀ ਕਰਨੀ ਆ ਤੇ ਤਿੱਖੀਆਂ ਤਬਦੀਲੀਆਂ ਕਰਨੀਆਂ ਤਾਂ ਫਿਰ ਗਿਆਨ ਅਤੇ ਤਕਨੀਕ ਦਾ ਸਹਾਰਾ ਲੈਣਾ ਪਏਗਾ। ਉਹਨੇ ਆਪਣੀ ਤਿਜੋਰੀ ਦਾ ਮੂੰਹ ਖੋਲਿਆ, ਬਹੁਤ ਸਾਰਾ ਧਨ ਕੱਢਿਆ, ਦਾਨ ਦੇ ਨਾਮ ਉੱਤੇ ਵਿਦਿਆ ਤੇ ਤਕਨੀਕ ਦੀ ਖੋਜ ਦੇ ਉੱਤੇ ਲਾਉਣਾ ਸ਼ੁਰੂ ਕਰ ਦਿੱਤਾ। ਫਿਰ ਕਿੰਨੇ ਹੀ ਵਿਦਿਅਕ ਅਦਾਰੇ, ਕਾਲਜ, ਖੋਜ ਕੇਂਦਰ, ਯੂਨੀਵਰਸਿਟੀ। ਉਂਝ ਤਾਂ ਇਹ ਕਿਹਾ ਜਾਂਦਾ ਕਿ ਰੌਕਫੈਲਰ ਨੂੰ ਬਚਪਨ ਵਿੱਚ ਹੀ ਦਾਨ ਕਰਨ ਦਾ ਬਹੁਤ ਸ਼ੌਕ ਸੀ ਤੇ ਜਿਹੜੀ ਕਮਾਈ ਕਰਦਾ ਸੀ ਉਹਦੇ ਚੋਂ ਕਾਫੀ ਹਿੱਸਾ ਚਰਚ ਨੂੰ ਦਾਨ ਕਰ ਦਿੰਦਾ ਸੀ। ਲੇਕਿਨ ਜਦੋਂ ਉਹਨੇ ਆਪਣੇ ਆਰਥਿਕ ਅੰਪਾਇਰ ਦੇ ਪ੍ਰਸੰਗ ਦੇ ਵਿੱਚ ਦਾਨ ਨੂੰ ਦੇਖਣਾ ਸ਼ੁਰੂ ਕੀਤਾ ਤਾਂ ਉਸਨੇ ਨਵੀਂ ਚੀਜ਼ ਨੂੰ ਸਿੱਖਿਆ। ਉਹਨੇ ਆਪ ਹੀ ਨਹੀਂ ਸਿੱਖਿਆ, ਉਹਨੇ ਅਮਰੀਕਾ ਦੀ ਸਰਕਾਰ ਨੂੰ ਤੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੂੰ ਤੇ ਦੂਸਰੀਆਂ ਕਾਰਪੋਰੇਸ਼ਨਾਂ ਨੂੰ ਵੀ ਸਿਖਾ ਦਿੱਤਾ ਕਿ ਦਾਨ ਇੱਕ ਅਜਿਹਾ ਹਥਿਆਰ ਹੈ ਜਿਹਦੇ ਨਾਲ ਪੂਰਾ ਸੰਸਾਰ ਸਰ ਕੀਤਾ ਜਾ ਸਕਦਾ। ਦਾਨ ਦੇ ਇਸ ਹਥਿਆਰ ਨੂੰ ਰੌਕਫੈਲਰ ਨੇ ਪਹਿਲੀ ਵਾਰੀ 1906 ਦੇ ਵਿੱਚ ਇਸਤੇਮਾਲ ਕੀਤਾ, ਜਦੋਂ ਉਹਨੇ ਚੀਨ ਦੀ ਯੂਨੀਵਰਸਿਟੀ ਆਫ ਨਾਨਕਿਨ ਦੇ ਵਿੱਚ ਜਾ ਕੇ ਖੇਤੀ ਖੋਜ ਦਾ ਕੇਂਦਰ ਸਥਾਪਿਤ ਕੀਤਾ। ਔਰ ਇਹ ਕੇਂਦਰ ਉਹਦਾ 1935 ਤੱਕ ਚੱਲਦਾ ਰਿਹਾ। ਔਰ ਇਹਦੇ ਦਰਮਿਆਨ ਹੀ ਉਸਨੇ ਰੌਕਫੈਲਰ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜਿਹੜੀ ਕਿ ਪਹਿਲਾਂ ਨਹੀਂ ਸੀ। ਜਾਣੀ ਉਹਨੇ ਇੱਕ ਸੰਸਥਾਗਤ
ਤਰੀਕਾ ਅਖਤਿਆਰ ਕਰਨ ਦੇ ਲਈ ਖੋਜ ਦੇ ਵਿੱਚ ਆਪਣਾ ਧਨ ਲਾਉਣਾ ਸ਼ੁਰੂ ਕੀਤਾ ਔਰ 1935 ਤੱਕ ਜਾਂ ਇਹਨਾਂ ਸਾਲਾਂ ਦੇ ਵਿੱਚ ਚੀਨ ਦੇ ਅੰਦਰ ਜਿਸ ਤਰ੍ਹਾਂ ਦਾ ਕ੍ਰਾਂਤੀਕਾਰੀ ਮਾਹੌਲ ਉੱਠਿਆ ਹੋਇਆ ਸੀ ਉਹਦੇ ਵਿੱਚੋਂ ਉਸ ਨੂੰ ਕੋਈ ਸੰਭਾਵਨਾਵਾਂ ਨਜ਼ਰ ਨਾ ਆਈਆਂ ਕਿ ਇੱਥੇ ਕੋਈ ਪ੍ਰਾਪਤੀ ਕੀਤੀ ਜਾ ਸਕਦੀ ਆ। ਉਹਨੇ ਆਪਣਾ ਫੱਟੀ ਬਸਤਾ ਚੁੱਕਿਆ ਤੇ ਉੱਥੋਂ ਚੀਨ ਤੋਂ ਆਪਣਾ ਵਾਪਸੀ ਕਰ ਲਈ। ਲੇਕਿਨ 1930 ਦੇ ਆਸ-ਪਾਸ ਉਹਨੇ ਕੋਸ਼ਿਸ਼ ਕੀਤੀ ਕਿ ਭਾਰਤ ਦੇ ਵਿੱਚ ਪ੍ਰਵੇਸ਼ ਕਰ ਜਾਵੇ। ਉਹਦੀ ਉਸ ਨੂੰ ਸਫਲਤਾ ਨਹੀਂ ਹੋਈ। ਉਸ ਤੋਂ ਅੱਗੇ ਖੇਤੀ ਦੀ ਖੋਜ ਦੇ ਵਿੱਚ ਕਿੱਥੇ-ਕਿੱਥੇ ਖੋਜ ਕੇਂਦਰ ਬਣਾਏ ਗਏ, ਇਹਦੀ ਚਰਚਾ ਅਸੀਂ ਪਿਛਲੇ ਐਪੀਸੋਡਾਂ ਦੇ ਵਿੱਚ ਕਰ ਚੁੱਕੇ ਹਾਂ। ਅਸੀਂ ਇੱਕ ਵਰਤਾਰੇ ਦਾ ਇਹ ਪੱਖ ਦੇਖਿਆ। ਅਸੀਂ ਹੁਣ ਵਰਤਾਰੇ ਦੇ ਦੂਜੇ ਪੱਖ ਵੱਲ ਆਵਾਂਗੇ, ਜਿਹੜਾ ਅਸਲ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਦੁਨੀਆ ਦਾ ਘਟਨਾਕ੍ਰਮ ਕਿਸ ਤਰ੍ਹਾਂ ਅੱਗੇ ਵਧਿਆ। ਔਰ ਪੂੰਜੀ ਨੇ ਪਿਛਲੇ 250-300 ਸਾਲਾਂ ਦੇ ਵਿੱਚ ਜਿਹੜਾ ਰੱਸਾ ਵੱਟਣਾ ਸ਼ੁਰੂ ਕੀਤਾ ਸੀ, ਉਹ ਰੱਸਾ ਉਸ ਦੀ ਗਰਦਨ ਦੇ ਨੇੜੇ ਆਉਂਦਾ ਜਾ ਰਿਹਾ ਸੀ। ਸਾਰੇ ਯੂਰਪ ਦੇ ਵਿੱਚ ਮਜ਼ਦੂਰ ਹੜਤਾਲਾਂ ਤੇ ਔਰ ਕਿਸਾਨ ਬਗਾਵਤ ਦੇ ਰਾਹ ਤੁਰੇ ਹੋਏ ਸੀ ਤੇ ਉਹ ਸਾਰੇ ਦੇਸ਼ ਜਿਨ੍ਹਾਂ ਨੂੰ ਯੂਰਪ ਦਾ ਸਾਮਰਾਜ ਕਈ ਸਦੀਆਂ ਤੋਂ ਗੁਲਾਮ ਕਰਕੇ ਬੈਠਾ ਸੀ, ਉਹਨਾਂ ਦੇਸ਼ਾਂ ਦੇ ਲੋਕਾਂ ਨੇ ਬਗਾਵਤ ਕਰਕੇ ਆਪਣੀ ਆਜ਼ਾਦੀ ਦਾ ਬਿਗਲ ਵਜਾਇਆ ਹੋਇਆ ਸੀ। ਸੋ ਯੂਰਪ ਦੇ ਵਿੱਚ ਮਜ਼ਦੂਰਾਂ ਕਿਸਾਨਾਂ ਦੀਆਂ ਬਗਾਵਤਾਂ ਅਤੇ ਗੁਲਾਮ ਦੇਸ਼ਾਂ ਦਾ ਜਿਹੜਾ ਉਹ ਉੱਠਣਾ, ਉਸਨੇ ਇੱਕ ਮਾਹੌਲ ਜਿਹੜਾ ਉਹਨੂੰ ਤਬਦੀਲ ਕਰਕੇ ਰੱਖ ਦਿੱਤਾ। ਇਸ ਤਬਦੀਲੀ ਦਾ ਪਹਿਲਾ ਧਮਾਕਾ ਪੈਰਿਸ ਦੇ ਵਿੱਚ ਹੋਇਆ 1870 ਦੇ ਵਿੱਚ, ਜਦੋਂ ਫਰਾਂਸ ਦੇ ਮਜ਼ਦੂਰਾਂ ਨੇ ਬਗਾਵਤ ਕਰਕੇ ਪੈਰਿਸ ਦੇ ਵਿੱਚੋਂ ਪੂੰਜੀਪਤੀਆਂ ਨੂੰ ਭਜਾ ਦਿੱਤਾ ਤੇ ਰਾਜ ਉੱਪਰ ਕਰ ਲਿਆ ਕਬਜ਼ਾ ਦਾ ਰਿਹਾ ਭਾਵੇਂ ਉਹ ਥੋੜੇ ਦਿਨ ਹੀ, ਲੇਕਿਨ ਉਹਨੇ ਇੱਕ ਨਵੇਂ ਕਨਸੈਪਟ ਨੂੰ ਜਨਮ ਦੇ ਦਿੱਤਾ, ਇੱਕ ਨਵੇਂ ਸੰਕਲਪ ਨੂੰ ਜਨਮ ਦੇ ਦਿੱਤਾ, ਜਿਸ ਨੇ ਮਜ਼ਦੂਰਾਂ ਤੇ ਕਿਸਾਨਾਂ ਦੀ ਮਾਨਸਿਕਤਾ ਨੂੰ ਗ੍ਰਿਪ ਕਰ ਲਿਆ। ਉਹ ਇਹ ਸੋਚਣ ਲੱਗੇ ਕਿ ਹੁਣ ਉਹ ਨਾ ਕੇਵਲ ਵੇਜਾਂ ਵਾਸਤੇ ਤੇ ਭਾਵਾਂ ਵਾਸਤੇ ਹੀ ਲੜਨਗੇ, ਸਗੋਂ ਉਹ ਰਾਜ ਵੀ ਕਰ ਸਕਦੇ ਆ। ਇਸ ਦੀ ਰੀਅਲਾਈਜੇਸ਼ਨ ਹੋਈ 1917 ਦੇ ਵਿੱਚ, ਜਦੋਂ ਰੂਸ ਦੇ ਮਜ਼ਦੂਰਾਂ ਤੇ ਕਿਸਾਨਾਂ ਨੇ ਆਪਣੇ ਬਾਦਸ਼ਾਹ ਦਾ ਤਖਤਾ ਪਲਟ ਕੇ ਰਾਜ ਤੇ ਕਬਜ਼ਾ ਕਰ ਲਿਆ ਤੇ ਨਾਲ ਸਮਾਜਵਾਦ ਦੀ ਉਸਾਰੀ ਸ਼ੁਰੂ ਕਰ ਦਿੱਤੀ। ਉਹ ਉਸ ਸੰਕਲਪ ਦਾ ਅਗਲਾ ਪੜਾਅ ਸੀ ਕਿ ਨਾ ਕੇਵਲ ਰਾਜ ਕਰ ਸਕਦੇ ਆ, ਸਗੋਂ ਇੱਕ ਸਮਾਨ ਅੰਤਰ ਨਵਾਂ ਬਰਾਬਰਤਾ ਦਾ ਪ੍ਰਬੰਧ ਉਸਾਰ ਸਕਦੇ ਆ। ਔਰ ਇਹ ਸਾਰੀ ਭਾਵਨਾ ਤੇ ਇਹ ਵਿਚਾਰ ਹੈ ਜਿਹੜਾ ਬੜੀ ਤੇਜ਼ੀ ਦੇ ਨਾਲ ਉਹਨਾਂ ਦੇਸ਼ਾਂ ਵਿੱਚ ਵੀ ਗਿਆ, ਉਹਨਾਂ ਗੁਲਾਮ ਦੇਸ਼ਾਂ ਦੇ ਵਿੱਚ ਵੀ ਗਿਆ, ਜਿਨ੍ਹਾਂ ਦੇ ਲੋਕ ਆਜ਼ਾਦੀ ਦੇ ਵਾਸਤੇ ਜੰਗ ਦੇ ਮੈਦਾਨ ਵਿੱਚ ਉਤਰੇ ਹੋਏ ਸੀ। ਉਹ ਕਿਸ ਹੱਦ ਤੱਕ ਗਿਆ, ਉਹ ਅਸੀਂ ਆਪਣੇ ਦੇਸ਼ ਦੀ ਉਦਾਹਰਣ ਜਿਹੜੀ ਨਾ ਉਹ ਦੇਖ ਸਕਦੇ ਹਾਂ ਕਿ ਰੂਸ ਦੀ ਕ੍ਰਾਂਤੀ ਜਦੋਂ ਅਕਤੂਬਰ ਮਹੀਨੇ ਦੇ ਵਿੱਚ 1917 ਚ ਹੋਈ, ਤਾਂ 1918 ਵਿੱਚ ਹੀ ਜਿਹੜੇ ਸਾਡੇ ਆਜ਼ਾਦੀ ਦੀ ਲੜਾਈ ਦੇ ਵੱਡੇ ਲੀਡਰ ਸੀ, ਕੌਮੀ ਲੀਡਰ ਸੀਗੇ, ਉਹਨਾਂ ਨੇ ਰੂਸ ਦੀ ਕ੍ਰਾਂਤੀ ਦੀ ਪ੍ਰਸ਼ੰਸਾ ਦੇ ਵਿੱਚ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਔਰ ਤੁਹਾਨੂੰ ਇਹ ਦੱਸ ਦਈਏ ਕਿ ਜਦੋਂ ਇਹ ਲੇਖ ਲਿਖਣੇ ਸ਼ੁਰੂ ਕੀਤੇ ਗਏ ਸੀ, ਉਦੋਂ ਭਾਰਤ ਦੇ ਵਿੱਚ ਨਾ ਕੋਈ ਕਮਿਊਨਿਸਟ ਪਾਰਟੀ ਸੀ, ਨਾ ਇਸ ਤਰ੍ਹਾਂ ਦਾ ਕੋਈ ਸੰਗਠਨ ਸੀਗਾ। ਔਰ ਇਸ ਕਰਕੇ ਇਹ ਹੈ ਉਸ ਦੀ ਇੱਕ ਮਿਸਾਲ ਕਿ ਉਹ ਕਿਸ ਤਰ੍ਹਾਂ ਫੈਲਿਆ ਵਿਚਾਰ ਹੈ ਜਿਹੜਾ ਕਿ ਬਰਾਬਰਤਾ ਦਾ, ਤੇ ਉਹ ਆਜ਼ਾਦੀ ਦੇ ਲਈ ਲੜ ਰਹੀਆਂ ਲਹਿਰਾਂ ਸੀ ਜਿਹੜੀਆਂ, ਉਹਨਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਆਜ਼ਾਦ ਹੋਣ ਤੋਂ ਬਾਅਦ ਉਹ ਕਿਹੋ ਜਿਹਾ ਪ੍ਰਬੰਧ ਉਸਾਰਨਗੇ। ਕੁਝ ਦੇਸ਼ਾਂ ਨੇ ਤਾਂ ਉਸ ਸਮੇਂ ਹੀ, ਉਸ ਤੋਂ ਬਾਅਦ ਹੀ ਆਪਣੀ ਜਿਹੜੀ ਸੇਧ ਆ ਉਹ ਬਰਾਬਰਤਾ ਦਾ ਸਮਾਜ ਉਸਾਰਨ ਵੱਲ ਨੂੰ ਕਰ ਲਈ ਸੀ, ਜਿਨ੍ਹਾਂ ਦੇ ਵਿੱਚ ਚੀਨ, ਵੀਅਤਨਾਮ, ਕੋਰੀਆ ਸ਼ਾਮਲ ਸੀ। ਸੋ ਸੰਸਾਰ ਦੇ ਇਸ ਘਟਨਾਕ੍ਰਮ ਦੇ ਪ੍ਰਸੰਗ ਦੇ ਵਿੱਚ ਕਿ ਅਮਰੀਕਾ 'ਚ ਕਿਸ ਤਰ੍ਹਾਂ ਪੂੰਜੀ ਦੀ ਉਛਾਲ ਆ ਰਿਹਾ ਔਰ ਯੂਰਪ ਦੇ ਜਿਹੜੇ ਪੂੰਜੀਪਤੀ ਹੈਗੇ ਆ ਉਹ ਕਿਸ ਤਰ੍ਹਾਂ ਦੇ ਨਵੇਂ ਸੰਕਟਾਂ ਦਾ ਸਾਹਮਣਾ ਕਰ ਰਹੇ ਆ ਔਰ ਆਜ਼ਾਦੀ ਦੀਆਂ ਲਹਿਰਾਂ ਉੱਠੀਆਂ ਹੋਈਆਂ, ਮਜ਼ਦੂਰਾਂ ਦੀ ਜਿਹੜੀਆਂ ਬਗਾਵਤਾਂ ਤੇ ਸਮਾਜਵਾਦੀ ਸਥਾਪਤੀ ਹੋ ਚੁੱਕੀ ਆ, ਇਸ ਪ੍ਰਸੰਗ ਦੇ ਵਿੱਚ ਅਸੀਂ
ਖੇਤੀ ਕ੍ਰਾਂਤੀ ਨੂੰ ਜਿਹੜਾ ਨਾ ਉਹ ਵਿਚਾਰਾਂਗੇ। ਜਿਵੇਂ ਕਿ ਅਸੀਂ ਪਿਛਲੇ ਐਪੀਸੋਡ ਵਿੱਚ ਕਿਹਾ ਸੀਗਾ ਕਿ ਖੇਤੀ ਕ੍ਰਾਂਤੀ ਦਾ ਮਨੋਰਥ ਭੁੱਖੇ ਲੋਕਾਂ ਦਾ ਢਿੱਡ ਭਰਨਾ ਨਹੀਂ ਸੀ, ਸਗੋਂ ਇੱਕ ਉਸ ਨਵੀਂ ਉੱਭਰ ਰਹੀ ਸ਼ਕਤੀ ਦਾ ਖਾਤਮਾ ਕਰਨਾ ਸੀ ਜਿਹਨੇ ਪੂੰਜੀ ਦੇ ਵਾਸਤੇ ਮੌਤ ਦਾ ਬਿਗਲ ਵਜਾਇਆ ਹੋਇਆ ਸੀ। ਖੇਤੀ ਕ੍ਰਾਂਤੀ 1940ਵਿਆਂ ਦੇ ਅੱਧ ਦੇ ਵਿੱਚ ਜਿਹੜਾ ਨਾ ਉਹ ਸ਼ੁਰੂ ਹੋ ਗਈ ਸੀ, ਲੇਕਿਨ ਇਸ ਨੂੰ ਪਰਦੇ ਪਿੱਛੇ ਹੀ ਰੱਖਿਆ ਗਿਆ ਸੀ 1968 ਤੱਕ। 1968 ਵਿੱਚ ਆ ਕੇ ਆਪਣੇ ਇਸ ਮਨੋਰਥ ਨੂੰ ਕਿ ਇਹਦਾ ਮਨੋਰਥ ਜਿਹੜਾ ਉਹ ਸਿਆਸੀ ਆ, ਉਸ ਨੂੰ 1968 ਦੇ ਵਿੱਚ ਆ ਕੇ ਜਨਤਕ ਕਰ ਦਿੱਤਾ ਗਿਆ, ਜਦੋਂ ਸੁਸਾਇਟੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਐਡਮਿਨਿਸਟ੍ਰੇਟਰ ਵਿਲੀਅਮ ਐਸ ਗੌਡ ਨੇ ਸੁਸਾਇਟੀ ਦੀ ਇੱਕ ਮੀਟਿੰਗ ਦੇ ਵਿੱਚ ਇਹ ਗੱਲ ਆਖੀ ਕਿ ਇਹ ਇਤਿਹਾਸ ਦੀ ਇੱਕ ਬਹੁਤ ਵੱਡੀ ਘਟਨਾ ਹੈ ਖੇਤੀ ਕ੍ਰਾਂਤੀ। ਇਹ ਕ੍ਰਾਂਤੀ ਜਿਹੜੀ ਆ ਉਹ ਨਾ ਤਾਂ ਈਰਾਨ ਦੀ ਚਿੱਟੀ ਕ੍ਰਾਂਤੀ ਵਰਗੀ ਆ ਤੇ ਨਾ ਹੀ ਇਹ ਰੂਸ ਦੀ ਲਾਲ ਕ੍ਰਾਂਤੀ ਵਰਗੀ ਆ। ਅਸੀਂ ਇਸ ਨੂੰ ਹਰੀ ਕ੍ਰਾਂਤੀ ਕਹਾਂਗੇ। ਉਸ ਤੋਂ ਪਹਿਲਾਂ ਹਰੀ ਕ੍ਰਾਂਤੀ ਨਾਮ ਦਾ ਕੋਈ ਸ਼ਬਦ ਨਹੀਂ ਸੀ, ਲੇਕਿਨ ਉਸ ਦੇ ਲੈਕਚਰ ਦੀ, ਉਹਦੇ ਭਾਸ਼ਣ ਦੀ ਜਿਹੜੀ ਭਾਵਨਾ ਸੀ ਉਹ ਇਹੀ ਸੀ ਕਿ ਅਸੀਂ ਇਸ ਕ੍ਰਾਂਤੀ ਦੇ ਨਾਲ ਲਾਲ ਕ੍ਰਾਂਤੀ ਨੂੰ ਡਿਫੀਟ ਕਰਾਂਗੇ। ਵਿਲੀਅਮ ਐਸ ਗੌਡ ਦੇ ਇਸ ਐਲਾਨ ਤੋਂ ਬਾਅਦ ਇਸ ਸਿਆਸੀ ਮਨੋਰਥ ਦੇ ਉੱਤੇ ਪਰਦਾ ਤਾਂ ਕੀ ਪਾਉਣਾ ਸੀ, ਸਗੋਂ ਇਸ ਨੂੰ ਖੁੱਲ੍ਹਮ ਖੁੱਲ੍ਹਾ ਵਿਚਾਰਿਆ ਜਾਣ ਲੱਗਾ। ਦਰਜਨਾਂ ਹੀ ਇਸ ਦੀਆਂ ਉਦਾਹਰਨਾਂ ਤੁਹਾਡੇ ਸਾਹਮਣੇ ਨੇ ਔਰ ਅਸੀਂ ਉਹਨਾਂ ਦੇ ਵਿੱਚੋਂ ਕੁਝ ਚੁਣਵੀਆਂ ਚੀਜ਼ਾਂ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ। ਇੱਕ ਤੇ ਪਹਿਲੀ ਇਹ ਕਿ ਫੋਰਡ ਫਾਊਂਡੇਸ਼ਨ ਦਾ ਜਿਹੜਾ ਸਟ੍ਰੈਟਜਿਕ ਡਾਕੂਮੈਂਟ ਸੀ, ਉਹਦੇ ਹਵਾਲੇ ਦੇ ਨਾਲ ਇਹ ਕਿਹਾ ਗਿਆ ਕਿ ਕਾਰਪੋਰੇਸ਼ਨਾਂ ਇਹ ਸਮਝਦੀਆਂ ਕਿ ਗਰੀਬ ਤੇ ਭੁੱਖੇ ਲੋਕ ਬਗਾਵਤ ਕਰਨਗੇ ਹੀ, ਔਰ ਗਰੀਬ ਤੇ ਭੁੱਖੇ ਲੋਕ ਜਲਦੀ ਹੀ ਲਾਰਿਆਂ 'ਚ ਆ ਜਾਂਦੇ ਆ, ਤੇ ਜਿਹੜਾ ਕਮਿਊਨਿਜ਼ਮ ਹੈ ਉਹ ਲਾਰੇ ਲਾਉਣ ਦੇ ਵਿੱਚ ਬੜਾ ਮਾਹਿਰ ਹੈ, ਪਰ ਉਹ ਲੋਕਾਂ ਨੂੰ ਆਪਣੇ ਨਾਲ ਤਾਂ ਹੀ ਰੱਖ ਸਕੇਗਾ ਜੇ ਉਹ ਲਾਰੇ ਪੂਰੇ ਕਰ ਸਕਿਆ। ਉਹ ਸਟ੍ਰੈਟਜਿਕ ਡਾਕੂਮੈਂਟ ਜਿਹੜਾ ਇਹ ਸੁਜੈਸਟ ਕਰਦਾ ਕਿ ਲੋਕਤੰਤਰ ਹੈ ਜਿਹੜਾ ਉਹ ਜੋ ਵੀ ਵਾਅਦੇ ਕਰੇ ਉਸ ਨੂੰ ਪੂਰਾ ਕਰਕੇ ਦਿਖਾਵੇ। ਇਹ ਹੈ ਉਹਦੀ ਪਹਿਲੀ ਮਿਸਾਲ, ਜਿਹਦੇ 'ਚ ਸਿੱਧਾ ਸਿੱਧਾ ਇਹ ਕਿਹਾ ਗਿਆ ਕਿ ਕਮਿਊਨਿਜ਼ਮ ਦੇ ਨਾਲ ਉਹਨਾਂ ਦਾ ਸਿੱਧਾ ਝਗੜਾ। ਦੂਜੀ ਉਦਾਹਰਣ ਹੈ ਫਿਲੀਪੀਨ ਦੀ। ਤੁਸੀਂ ਸਾਰੇ ਜਾਣਦੇ ਹੋ ਕਿ ਮੈਕਸੀਕੋ ਤੋਂ ਬਾਅਦ ਚੌਲਾਂ ਦੀ ਨਸਲ ਸੁਧਾਰਨ ਦੇ ਲਈ ਇੱਕ ਖੋਜ ਕੇਂਦਰ ਫਿਲੀਪੀਨ ਦੇ ਵਿੱਚ ਬਣਾਇਆ ਗਿਆ ਸੀ। ਜਦੋਂ ਉਸ ਦੀਆਂ ਸਫਲਤਾਵਾਂ ਸਾਹਮਣੇ ਆਈਆਂ ਤਾਂ ਫਿਲੀਪੀਨ ਦੇ ਰਾਸ਼ਟਰਪਤੀ ਮਾਕਾਪਾਗਾਲ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਖਤ ਲਿਖਿਆ ਕਿ ਏਸ਼ੀਆ ਦੇ ਵਿੱਚ ਗਰੀਬੀ ਤੇ ਕਮਿਊਨਿਜ਼ਮ ਦੇ ਖਿਲਾਫ ਲੜਾਈ ਵਾਸਤੇ ਇਹ ਖੋਜ ਸੈਂਟਰ ਇੱਕ ਬੜਾ ਜ਼ਬਰਦਸਤ ਹਥਿਆਰ ਹੈ। ਅਸੀਂ ਦੇਖਦੇ ਹਾਂ, ਅੱਗੋਂ ਵੀ ਦੇਖਦੇ ਜਾਵਾਂਗੇ ਕਿ ਹੁਣ ਗਰੀਬੀ, ਭੁੱਖਮਰੀ ਤੇ ਕਮਿਊਨਿਜ਼ਮ ਦੋਹਾਂ ਨੂੰ ਨਾਲ ਨਾਲ ਵਿਚਾਰਿਆ ਜਾ ਰਿਹਾ। ਇਸ ਦੀ ਤੀਜੀ ਉਦਾਹਰਣ ਹੈ ਜੌਨ ਐਫ ਕੈਨੇਡੀ ਦਾ ਬਿਆਨ। ਉਹਨੇ ਕਿਹਾ ਕਿ ਚੀਨ ਨੇ ਪਿਛਲੇ 10 ਸਾਲਾਂ ਦੇ ਵਿੱਚ ਬੜੀ ਤੇਜ਼ ਤਰੱਕੀ ਕੀਤੀ, ਜਦੋਂ ਕਿ ਉਹਦੇ ਮੁਕਾਬਲੇ ਦੇ ਵਿੱਚ ਭਾਰਤ ਦੀ ਤਰੱਕੀ ਜਿਹੜੀ ਆ ਉਹ ਹੈ ਮਾਮੂਲੀ। ਜੇਕਰ ਭਾਰਤ ਆਪਣੇ 45 ਕਰੋੜ ਲੋਕਾਂ ਦੀਆਂ ਲੋੜਾਂ ਪੂਰੀਆਂ ਨਾ ਕਰ ਸਕਿਆ ਤਾਂ ਫਿਰ ਜਿਹੜੇ ਨਵੇਂ ਆਜ਼ਾਦ ਹੋਏ ਦੇਸ਼ ਨੇ ਉਹ ਆਪਣੇ ਸਾਧਨਾਂ ਨੂੰ ਚੀਨ ਦੇ ਪੈਟਰਨ ਦੇ ਉੱਤੇ ਵਰਤਣ ਵਾਸਤੇ ਚੱਲ ਪੈਣਗੇ। ਚੌਥੀ ਉਦਾਹਰਣ ਹੈ ਖੋਜੀ ਵਿਦਵਾਨ ਜੌਨ ਐਚ ਪਰਕਿੰਸ ਦੀ, ਜਿਸ ਦਾ ਜ਼ਿਕਰ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਵੀ ਕੀਤਾ ਸੀ। ਉਹਨੇ ਇੱਕ ਲੇਖ ਲਿਖਿਆ। ਉਹਨੇ ਕਿਹਾ ਕਿ ਫਾਊਂਡੇਸ਼ਨ ਦੇ ਅਧਿਕਾਰੀ ਜਦੋਂ ਭਾਰਤ ਦੇ ਖੇਤੀ ਮੰਤਰੀ ਨੂੰ ਮਿਲੇ ਤਾਂ ਖੇਤੀ ਮੰਤਰੀ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਆਉਂਦੇ 5 ਸਾਲਾਂ ਦੇ ਵਿੱਚ ਅੰਨ ਦੀ ਸਮੱਸਿਆ ਹੱਲ ਨਾ ਹੋਈ ਤਾਂ ਘੱਟੋ ਘੱਟ ਦੱਖਣੀ ਭਾਰਤ ਕਮਿਊਨਿਸਟਾਂ ਦੇ ਰਾਹ ਚਲਾ ਜਾਏਗਾ। ਇਸ ਤਰ੍ਹਾਂ ਦੀਆਂ ਬੇਸ਼ੁਮਾਰ ਉਦਾਹਰਨਾਂ ਨੇ ਜਿਨ੍ਹਾਂ ਦੇ ਵਿੱਚ ਬਾਰ-ਬਾਰ ਇਹ ਕਿਹਾ ਗਿਆ ਕਿ ਇਹ ਖੇਤੀ ਕ੍ਰਾਂਤੀ ਦੇ ਨਾਲ, ਜਿਹੜੀ ਹਰੀ ਕ੍ਰਾਂਤੀ ਦੇ ਨਾਲ ਲਾਲ ਕ੍ਰਾਂਤੀ ਦੀ ਰਾਹ ਬਣਾਉਣ ਦਾ ਮਨੋਰਥ ਆ।
ਪਰ ਇੱਕ ਬਹੁਤ ਹੀ ਮਹੱਤਵਪੂਰਨ ਤੇ ਧਿਆਨ ਦੇਣ ਵਾਲੀ ਐਗਜ਼ਾਮਪਲ ਤੁਹਾਨੂੰ ਹੋਰ ਦੇ ਦਿੰਦੇ ਹਾਂ। ਉਹ ਹੈ ਫੋਰਡ ਫਾਊਂਡੇਸ਼ਨ ਦੇ ਤਤਕਾਲੀ ਪ੍ਰਧਾਨ ਪੌਲ ਹੌਫਮੈਨ ਦਾ ਬਿਆਨ। ਬੜਾ ਮਹੱਤਵਪੂਰਨ ਤੇ ਧਿਆਨ ਦੇਣ ਯੋਗ। ਉਹ ਇਹ ਕਹਿੰਦਾ ਕਿ ਜੇਕਰ ਚੀਨ ਨੇ ਭਾਰਤ ਦੀ ਸਰਹੱਦ ਦੇ ਉੱਤੇ ਆਪਣੀ ਹਲਕੀ ਕੋਈ ਨਾ ਕੋਈ ਕਾਰਵਾਈ ਜਾਰੀ ਰੱਖੀ ਤਾਂ ਫਿਰ ਇਸ ਦੇਸ਼ ਦੇ ਲੋਕ ਜਿਹੜੇ ਨਾ ਉਹਨਾਂ ਦਾ ਝੁਕਾਅ ਚੀਨ ਵੱਲ ਹੋ ਜਾਏਗਾ। ਇਸ ਕਰਕੇ ਦਿੱਲੀ ਦੇ ਵਿੱਚ ਬੜੀ ਮਜ਼ਬੂਤ ਸਰਕਾਰ ਦੀ ਲੋੜ ਹੈ। ਇਹ ਮਜ਼ਬੂਤ ਨੂੰ ਡੀਕੋਡ ਕਰਾਂਗੇ ਅੱਗੇ ਜਾ ਕੇ। ਮਜ਼ਬੂਤ ਸਰਕਾਰ ਦੀ ਲੋੜ ਹੈ ਤੇ ਕੱਟੜ ਕਮਿਊਨਿਸਟਾਂ ਨੂੰ ਦਬਾ ਕੇ ਰੱਖਣਾ ਚਾਹੀਦਾ। ਇਸ ਵੇਲੇ ਸਾਡਾ ਇਹ ਫਰਜ਼ ਬਣਦਾ ਕਿ ਨਹਿਰੂ ਦੇ ਨਾਲ ਹਮਦਰਦੀ ਕਰੀਏ ਤੇ ਉਹਦੀ ਪਿੱਠ ਤੇ ਖੜੋਈਏ। ਔਰ ਹੁਣ ਜਦੋਂ ਅਸੀਂ ਇਹਨਾਂ ਛਿੜਜੰਤਰੀਆਂ ਦੇ ਬਿਆਨਾਂ ਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਇਹਦੇ ਵਿੱਚੋਂ ਸਾਫ਼ ਨਜ਼ਰ ਆਉਂਦਾ ਕਿ ਅਮਰੀਕਾ ਅੰਦਰ ਖਾਤੇ ਪੰਡਿਤ ਨਹਿਰੂ ਦਾ ਬਦਲ ਲੱਭਣ ਦੇ ਲਈ ਵੀ ਤਿਆਰ ਸੀ, ਕਿਉਂਕਿ ਉਹ ਇਸ ਨੂੰ ਮਜ਼ਬੂਤ ਸਰਕਾਰ ਨਹੀਂ ਸਮਝਦਾ ਸੀ। ਪਰੰਤੂ ਪੰਡਿਤ ਜਵਾਹਰ ਲਾਲ ਨਹਿਰੂ ਆਜ਼ਾਦੀ ਦੇ ਉਸ ਅੰਦੋਲਨ ਦੀ ਪੈਦਾਵਾਰ ਸੀ ਜਿਹਨੇ ਬਹੁਤ ਹੀ ਕੁਰਬਾਨੀਆਂ ਦੇ ਕੇ, ਘਰ ਘਾਟ ਉਜਾੜ ਕੇ, ਸ਼ਹੀਦੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ ਸੀ। ਇਸ ਕਰਕੇ ਉਹਦੇ ਲਈ ਬਹੁਤ ਹੀ ਔਖਾ ਸੀ ਉਸ ਅੰਦੋਲਨ ਨੂੰ ਬਿਟਰੇ ਕਰਨਾ, ਜਿਸ ਕਰਕੇ ਉਸ ਨੇ ਅਮਰੀਕਾ ਦੇ ਖੰਗੂਰੇ ਤੇ ਲੱਗਣ ਤੋਂ ਨਾ ਕਰ ਦਿੱਤੀ, ਬਲਕਿ ਅਜਿਹੇ ਕੁਝ ਐਕਸ਼ਨ ਕੀਤੇ ਜਿਨ੍ਹਾਂ ਤੇ ਅਮਰੀਕਨ ਸਾਮਰਾਜ ਹੈ, ਜਿਹੜਾ ਅਮਰੀਕਨ ਸਟੇਟ ਐਡਮਿਨਿਸਟ੍ਰੇਸ਼ਨ ਹੈ ਜਿਹੜੀ, ਉਹ ਬਿਲਕੁਲ ਖੁਸ਼ ਨਹੀਂ ਸੀ। ਨੰਬਰ 1 ਉਹਨੇ ਇਹ ਕਰ ਦਿੱਤਾ ਕਿ ਚੀਨ ਦੀ ਕਮਿਊਨਿਸਟ ਸਰਕਾਰ ਜਿਹੜੀ ਆਜ਼ਾਦੀ ਤੋਂ 2 ਸਾਲਾਂ ਬਾਅਦ ਬਣੀ, ਉਹਨੂੰ ਮਾਨਤਾ ਦੇ ਦਿੱਤੀ ਜਿਸ ਦੇ ਇੱਕਦਮ ਹੀ ਅਮਰੀਕਾ ਖਿਲਾਫ ਸੀ। ਦੂਸਰਾ ਇਹ ਕਿ ਗੋਆ ਦੇ ਉੱਤੇ ਆਪਣੀਆਂ ਫੌਜਾਂ ਚਾੜ ਕੇ ਉੱਥੋਂ ਪੁਰਤਗਾਲੀਆਂ ਨੂੰ ਭਜਾ ਦਿੱਤਾ। ਇਹਦੀ ਰੌਚਕ ਗੱਲ ਇਹ ਹੈ ਕਿ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਮਾਰਸ਼ਲ ਟੀਟੋ ਤੇ ਪ੍ਰਧਾਨ ਨਾਸਰ ਦੇ ਨਾਲ ਮਿਲ ਕੇ ਨਾਨ ਅਲਾਈਨਡ ਮੂਵਮੈਂਟ ਦੀ ਸਥਾਪਨਾ ਸ਼ੁਰੂ ਕੀਤੀ ਤਾਂ ਅਮਰੀਕਾ ਦੇ ਪ੍ਰਧਾਨ ਟਰੂਮੈਨ ਨੇ ਉਹਨਾਂ ਨੂੰ ਵਰਜਨ ਦੇ ਲਈ ਬਹੁਤ ਜ਼ੋਰ ਲਾਇਆ ਤੇ ਨਾਲ ਇਹ ਵੀ ਕਿਹਾ ਕਿ ਉਹ ਕੁਝ ਵੀ ਦੇਣ ਲਈ ਤਿਆਰ ਹੈ। ਤੇ 1 ਮਿਲੀਅਨ ਟਨ ਕਣਕ ਦਾ ਜਹਾਜ਼ ਭਰ ਕੇ ਖੜਾ ਕੀਤਾ ਹੋਇਆ ਸੀ, ਪਰ ਪੰਡਿਤ ਨਹਿਰੂ ਨੇ ਉਹਨਾਂ ਦੀ ਗੱਲ ਮੰਨਣ ਤੋਂ ਨਾ ਕਰ ਦਿੱਤੀ ਤੇ ਕਣਕ ਦਾ ਜਹਾਜ਼ ਹੈ ਜਿਹੜਾ ਨਾ ਉਹ ਗੁਆਰੇ। ਆਖਿਰਕਾਰ ਹਾਲਾਤ ਇਸ ਤਰ੍ਹਾਂ ਵਿਕਸਿਤ ਹੋਏ, ਆਰਥਿਕ ਸੰਕਟ ਖੜਾ ਹੋਇਆ, ਜਿੱਦਾਂ ਪਹਿਲਾਂ ਵੀ ਦੱਸਿਆ ਸੀ ਕਿ ਫੋਰਨ ਕਰੰਸੀ ਦਾ ਸੰਕਟ ਚੀਨ ਦੇ ਨਾਲ ਵਿਗੜ ਚੁੱਕੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਇਸ ਦੁਨੀਆ ਤੋਂ ਜਾ ਚੁੱਕੇ ਸਨ। ਤਾਂ ਉਸ ਟਾਈਮ ਤੇ ਹਰੀ ਕ੍ਰਾਂਤੀ ਨੇ ਤੇ ਅਮਰੀਕਾ ਦੀਆਂ ਫਾਊਂਡੇਸ਼ਨਾਂ ਦੀਆਂ ਗ੍ਰਾਂਟ ਨੀਤੀਆਂ ਨੇ ਭਾਰਤ ਦੀ ਸਰਕਾਰ ਨੂੰ ਪ੍ਰਭਾਵਿਤ ਕਰ ਹੀ ਲਿਆ। ਅਮਰੀਕੀ ਸਰਕਾਰ ਤੇ ਅਮਰੀਕੀ ਫਾਊਂਡੇਸ਼ਨਾਂ ਨੇ ਆਪਣੀ ਗ੍ਰਾਂਟ ਨੀਤੀ ਨੂੰ ਬਹੁਤ ਹੀ ਸਫਲਤਾ ਦੇ ਨਾਲ ਇਸਤੇਮਾਲ ਕੀਤਾ, ਜਿਹਦੇ ਉੱਤੇ ਉਹ ਮਾਣ ਵੀ ਬੜਾ ਕਰਦੇ ਨੇ ਕਿ 10 ਕਿਸਮ ਦੀਆਂ ਗ੍ਰਾਂਟਾਂ ਦੇਣੀਆਂ ਸ਼ੁਰੂ ਕੀਤੀਆਂ ਸੀ ਉਹਨਾਂ ਨੇ, ਔਰ ਉਹਨਾਂ 10 ਕਿਸਮ ਦੀਆਂ ਗ੍ਰਾਂਟਾਂ ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ। ਤੇ ਖੇਤੀ ਗ੍ਰਾਂਟ ਹੈ ਜਿਹੜੀ ਉਹ 5ਵੇਂ ਸਥਾਨ ਤੇ ਆਉਂਦੀ ਸੀ। ਇਹਨਾਂ ਗ੍ਰਾਂਟਾਂ ਨੂੰ ਇਸਤੇਮਾਲ ਕੌਣ ਕਰਦਾ ਸੀ, ਇਹਦੇ ਬਾਰੇ ਬੜੇ ਸਪਸ਼ਟ ਸੰਕੇਤ ਨੇ ਕਿ ਸਾਰੇ ਡਿਸੀਜਨ ਹੈ ਜਿਹੜੇ ਉਹ CIA ਵਰਗੀਆਂ ਏਜੰਸੀਆਂ ਲੈਂਦੀਆਂ ਸੀਗੀਆਂ। ਫਰਾਂਸ ਦੇ ਇੱਕ ਖੋਜੀ ਵਿਦਵਾਨ ਫਰਾਂਸਿਸ ਟੋਨਰ ਸਾਂਡਰਸ ਨੇ ਸਿਲੈਕਟ ਕਮੇਟੀ ਅਮਰੀਕਾ ਦੀ ਜਿਹੜੀ ਹੈਗੀ ਆ ਉਹਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਹੈ ਕਿ 1963 ਤੋਂ ਲੈ ਕੇ 1967 ਤੱਕ ਅਮਰੀਕਾ ਦੀਆਂ 124 ਫਾਊਂਡੇਸ਼ਨਾਂ ਨੇ 700 ਗ੍ਰਾਂਟਾਂ ਇਸ਼ੂ ਕੀਤੀਆਂ, ਜਿਨ੍ਹਾਂ ਵਿੱਚੋਂ ਕੋਈ ਵੀ ਗ੍ਰਾਂਟ $10,000 ਤੋਂ ਘੱਟ ਦੀ ਨਹੀਂ ਸੀ। ਉਹਨਾਂ ਦੇ ਵਿੱਚੋਂ 108 ਗ੍ਰਾਂਟਾਂ ਸਿੱਧੀਆਂ CIA ਦੀਆਂ ਸੀ ਤੇ ਬਾਕੀਆਂ ਦੇ ਕਈਆਂ ਵਿੱਚ ਉਹਦਾ ਅੰਸ਼ਕ ਹਿੱਸਾ ਸੀ। ਰੌਕਫੈਲਰ ਦੀ ਗ੍ਰਾਂਟ ਪਾਲਿਸੀ ਦੇ ਨਤੀਜਿਆਂ ਨੂੰ ਦੇਖਦਿਆਂ ਹੋਇਆਂ ਅਮਰੀਕਾ ਦੀ ਸਰਕਾਰ ਨੇ ਦੂਸਰੀਆਂ ਕਾਰਪੋਰੇਸ਼ਨਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਵੀ ਆਪਣੀਆਂ ਫਾਊਂਡੇਸ਼ਨਾਂ ਫਾਰਮ ਕਰਨ ਤੇ ਉਹਨਾਂ ਨੂੰ ਟੈਕਸਾਂ ਦੇ ਵਿੱਚ ਛੋੜ ਦਿੱਤੀ ਕਿ ਉਹ ਨਵੇਂ ਆਜ਼ਾਦ ਹੋਏ ਦੇਸ਼ਾਂ ਦੇ ਵਿੱਚ ਉਹਨਾਂ ਦੀਆਂ NGO ਨੂੰ, ਉਹਨਾਂ ਦੀਆਂ ਸਰਕਾਰਾਂ ਨੂੰ ਪ੍ਰਭਾਵਿਤ ਕਰਨ ਦਾ
ਯਤਨ ਕਰ। ਸੈਂਡਰਸ ਤਾਂ ਇਹ ਕਹਿ ਰਿਹਾ ਕਿ ਇੱਕ ਸਟੇਜ ਦੇ ਉੱਤੇ ਇਹ ਲੱਗਣ ਲੱਗ ਪਿਆ ਸੀ ਕਿ ਫੋਰਡ ਫਾਊਂਡੇਸ਼ਨ ਅਮਰੀਕਾ ਸਰਕਾਰ ਦੀ ਹੈ ਹੀ ਐਕਸਟੈਂਸ਼ਨ। ਇਸੇ ਤਰ੍ਹਾਂ ਇੱਕ ਹੋਰ ਵਿਦਵਾਨ ਪ੍ਰੋਫੈਸਰ ਜੇਮਸ ਪੀਟਰਸ ਦਾ ਇਹ ਕਹਿਣਾ ਕਿ ਇਹ ਸਾਰੇ ਯਤਨ ਬੜੇ ਸੋਚੇ ਸਮਝੇ ਗਿਣੇ ਮਿਥੇ ਸੀ, ਜਿਨ੍ਹਾਂ ਦਾ ਮਨੋਰਥ ਇਹ ਸੀਗਾ ਕਿ ਅਮਰੀਕਾ ਦਾ ਦਬਦਬਾ ਕਾਇਮ ਕਰਕੇ ਖੱਬੇ ਪੱਖੀਆਂ ਦਾ ਪ੍ਰਭਾਵ ਫਿੱਕਾ ਕੀਤਾ ਜਾਵੇ। ਸੋ ਦੋਸਤੋ, ਇਹ ਕੁਝ ਕੁ ਉਦਾਹਰਨਾਂ ਅਸੀਂ ਤੁਹਾਡੇ ਸਾਹਮਣੇ ਤਾਂ ਲੈ ਕੇ ਆਂਦੀਆਂ ਕਿ ਇਹ ਸਪਸ਼ਟ ਹੋ ਜਾਵੇ ਕਿ ਹਰੀ ਕ੍ਰਾਂਤੀ ਦਾ ਅਸਲ ਮਨੋਰਥ ਸੀ ਜਿਹੜਾ, ਉਸ ਨੂੰ ਅਚੀਵ ਕਰਨ ਦੇ ਵਿੱਚ ਉਹਨਾਂ ਨੇ ਕੀ ਯਤਨ ਕੀਤੇ, ਕਿਸ ਤਰ੍ਹਾਂ ਵੱਡੀਆਂ ਗ੍ਰਾਂਟਾਂ ਰੱਖੀਆਂ ਤੇ ਆਖਰਕਾਰ ਉਹਨਾਂ ਨੇ ਆਪਣਾ ਟਾਰਗੇਟ ਜਿਹੜਾ ਮਿਥਿਆ ਹੋਇਆ ਸੀ ਉਹ ਅਚੀਵ ਕਰ ਲਿਆ। ਸਗੋਂ ਇੱਕ ਰਾਜ ਪਟੇਲ ਨਾਂ ਦੇ ਵਿਦਵਾਨ ਹੋਏ ਨੇ, ਉਹ ਬਹੁਤ ਸਾਰੇ ਡਾਕੂਮੈਂਟਸ ਦੇ ਆਧਾਰ ਦੇ ਉੱਤੇ ਇਹ ਦਾਅਵਾ ਕਰਦੇ ਨੇ ਕਿ ਇਸ ਹੀ ਸਮੇਂ ਦੇ ਵਿੱਚ ਜਦੋਂ ਹਰੀ ਕ੍ਰਾਂਤੀ ਦੇ ਜਿਹੜੇ ਕੇਂਦਰ ਸੀਗੇ, ਜਿਵੇਂ ਫਿਲੀਪੀਨ, ਪਾਕਿਸਤਾਨ, ਬ੍ਰਾਜ਼ੀਲ, ਚਿਲੀ ਦੇ ਜਿਹੜੇ ਰਾਜ ਪਾਲਟੇ ਹੈਗੇ ਆ, ਫੌਜੀ ਰਾਜ ਪਾਲਟੇ, ਉਹ ਵੀ ਹਰੀ ਕ੍ਰਾਂਤੀ ਦੀ ਹੀ ਦੇਣ ਸੀ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਜਿਹੜਾ ਆਪਣਾ ਪਹਿਲਾ ਟਾਰਗੇਟ ਮਿੱਥਿਆ ਹੋਇਆ ਸੀਗਾ ਉਹ ਅਚੀਵ ਕਰ ਲਿਆ। ਜਦੋਂ ਜਿਸ ਵਜ੍ਹਾ ਕਰਕੇ ਉਹ ਲੋਕਾਂ ਦੇ ਭੁੱਖੇ ਢਿੱਡ ਭਰਨ ਦਾ ਦਾਅਵਾ ਕਰਦੇ ਸੀ, ਉਹ ਉਹਨਾਂ ਦਾ ਖਤਮ ਹੋ ਗਿਆ। ਇਸ ਕਰਕੇ ਉਹਨਾਂ ਦਾ ਟਾਰਗੇਟ ਪੂਰਾ ਹੋਣ ਦੇ ਨਾਲ ਹੀ ਭੁੱਖੇ ਢਿੱਡਾਂ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ। ਤੇ ਜਦੋਂ ਅਸੀਂ MSP ਦੀ ਗੱਲ ਕਰਦੇ ਹਾਂ ਕਿ MSP ਨੇ ਜਿਹੜਾ ਕੰਮ ਕਰਨਾ ਸੀ ਉਹ ਕਰ ਦਿੱਤਾ, ਹੁਣ ਉਹ ਅੱਜ ਨਹੀਂ ਤਾਂ ਕੱਲ ਹਟਾ ਕੇ ਹੀ ਹਟਣਗੇ। ਹੁਣ ਉਹ ਕੀ ਕਰਨ ਜਾ ਰਹੇ ਨੇ, ਹੁਣ ਦੁਨੀਆ ਨੂੰ ਕਿਸ ਪਾਸੇ ਲਿਜਾ ਰਹੇ ਨੇ, ਅਸੀਂ ਕਿਸ ਪਾਸੇ ਲਿਜਾਏ ਜਾ ਰਹੇ ਹਾਂ, ਉਹਦੇ ਲਈ ਦੋ ਗੱਲਾਂ ਅਸੀਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ। ਇੱਕ ਫ੍ਰਾਂਸਿਸ ਪੀ ਮੈਕਡੋਨਲਡ ਨਾਂ ਦੇ ਵਿਦਵਾਨ ਨੇ, ਉਹਨਾਂ ਨੇ 1975 ਦੇ ਵਿੱਚ ਇੱਕ ਕਿਤਾਬ ਲਿਖੀ, ਰੌਕਫੈਲਰ ਫਾਈਲਸ। ਉਹਦੇ 'ਚ ਉਹਨਾਂ ਨੇ ਬੜਾ ਖੁੱਲ੍ਹ ਕੇ ਲਿਖਿਆ ਕਿ ਰੌਕਫੈਲਰ ਦੂਸਰੇ ਵਿਅਕਤੀਆਂ ਦੇ ਨਾਲ ਮਿਲ ਕੇ 50 ਸਾਲਾਂ ਤੋਂ ਹੀ ਅਜਿਹੀ ਯੋਜਨਾਬੰਦੀ ਤੇ ਕੰਮ ਕਰ ਰਹੇ ਆ ਕਿ ਉਹ ਪਹਿਲਾਂ ਅਮਰੀਕਾ ਤੇ ਫਿਰ ਦੁਨੀਆ ਦੇ ਰਾਜਨੀਤਿਕ ਢਾਂਚਿਆਂ ਦੇ ਉੱਤੇ ਕਬਜ਼ਾ ਕਰ ਲੈਣ ਆਪਣੀ ਆਰਥਿਕ ਸ਼ਕਤੀ ਦੇ ਬਲ ਉੱਤੇ। ਫਿਰ ਉਹ ਸਰਕਾਸਟਿਕਲੀ ਪੁੱਛਦੇ ਆ ਵੀ ਕੀ ਤੁਸੀਂ ਸਮਝਦੇ ਹੋ ਕਿ ਮੈਂ ਸਾਜ਼ਿਸ਼ ਦੀ ਗੱਲ ਕਰ ਰਿਹਾ? ਉਹ ਕਹਿੰਦੇ ਹਾਂ, ਮੈਂ ਸਾਜ਼ਿਸ਼ ਦੀ ਹੀ ਗੱਲ ਕਰ ਰਿਹਾ, ਕਿਉਂਕਿ ਮੈਨੂੰ ਪੱਕਾ ਪਤਾ ਕਿ ਇਹ ਇੱਕ ਛੜਯੰਤਰ ਹੈ ਔਰ ਪਲਾਟ ਹੈ ਬਹੁਤ ਵੱਡਾ, ਜਿਸ ਨੇ ਦੁਨੀਆ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਹੋਇਆ। ਦੂਜਾ ਸਾਥੀ ਉਹ ਇਹ ਆ ਕਿ ਰੌਕਫੈਲਰ ਪਰਿਵਾਰ ਹੈ ਜਿਹੜਾ, ਉਹ ਇਸ ਇਲਜ਼ਾਮ ਦਾ ਖੰਡਨ ਨਹੀਂ ਕਰਦਾ, ਸਗੋਂ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ। ਜੋਹਨ ਡੇਵਿਡ ਰੌਕਫੈਲਰ ਨੇ ਆਪਣੀਆਂ ਯਾਦਾਂ ਦੇ ਵਿੱਚ ਇਹ ਲਿਖਿਆ ਕਿ ਕੁਝ ਲੋਕ ਇਹ ਸਮਝਦੇ ਆ ਕਿ ਅਸੀਂ ਅਮਰੀਕਾ ਦੇ ਖਿਲਾਫ ਕੰਮ ਕਰ ਰਹੇ ਹਾਂ, ਅਸੀਂ ਕਬਾਲ ਦਾ ਹਿੱਸਾ ਹਾਂ। ਕਬਾਲ ਸ਼ਬਦ ਇੱਕ ਬਹੁਤ ਹੀ ਛੋਟੇ ਜਿਹੇ ਰਾਜਨੀਤਿਕ ਛੜਯੰਤਰੀਆਂ ਦੇ ਗਰੋਹ ਵਾਸਤੇ ਵਰਤਿਆ ਜਾ ਰਿਹਾ ਜਾਂ ਵਰਤਿਆ ਗਿਆ ਸੀ ਸਭ ਤੋਂ ਪਹਿਲਾਂ। ਉਹ ਕਹਿੰਦਾ ਕਿ ਉਹ ਸਮਝਦੇ ਨੇ ਕਿ ਅਸੀਂ ਕਬਾਲ ਦਾ ਹਿੱਸਾ ਆ, ਅਮਰੀਕਾ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੇ ਆ ਤੇ ਆਪਣੇ ਛੜਯੰਤਰੀਆਂ ਨੂੰ ਨਾਲ ਲੈ ਕੇ ਸਾਰੀ ਦੁਨੀਆ 'ਚ ਤਿਗੜਮ ਕਰਦੇ ਫਿਰਦੇ ਆ, ਤਾਂ ਕਿ ਸਾਰੀ ਦੁਨੀਆ ਦਾ ਆਰਥਿਕ ਤੇ ਰਾਜਨੀਤਿਕ ਢਾਂਚਾ ਇੱਕ ਕਰ ਦਿੱਤਾ ਜਾਵੇ ਤੇ ਇੱਕ ਪ੍ਰਬੰਧ ਸਥਾਪਿਤ ਕਰ ਦਿੱਤਾ ਜਾਵੇ। ਉਹ ਕਹਿੰਦਾ ਕਿ ਜੇ ਇਹੀ ਸਾਡੇ ਤੇ ਇਲਜ਼ਾਮ ਹੈ ਨਾ, ਤਾਂ ਫਿਰ ਮੈਂ ਇਸ ਇਲਜ਼ਾਮ ਨੂੰ ਕਬੂਲ ਕਰਦਾ ਤੇ ਮੈਨੂੰ ਇਹ ਦੋਸ਼ ਕਰਨ ਦੇ ਉੱਤੇ ਬੜਾ ਮਾਣ ਹੈ। ਸੋ ਦੋਸਤੋ, ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਕਿਸ ਪਾਸੇ ਵੱਲ ਜਾ ਰਹੇ ਹਾਂ ਜਾਂ ਸਾਨੂੰ ਕਿਸ ਪਾਸੇ ਵੱਲ ਲਿਜਾਇਆ ਜਾ ਰਿਹਾ। ਇਸ ਵਰਤਾਰੇ ਦੇ ਬਹੁਤ ਸਾਰੇ ਪਸਾਰ ਨੇ, ਪਰ ਅਸੀਂ ਆਪਣੀ ਚਰਚਾ ਨੂੰ ਇੱਥੇ ਹੀ ਮੁਲਤਵੀ ਕਰਨ ਲੱਗੇ ਹਾਂ ਤੇ ਇੱਕ ਹੋਰ ਬਹੁਤ ਮਹੱਤਵਪੂਰਨ ਵਿਸ਼ੇ ਦੇ ਉੱਤੇ ਅਗਲੀ ਵਾਰੀ ਐਪੀਸੋਡ ਸ਼ੁਰੂ ਕਰਾਂਗੇ, ਉਹ ਹੈ ਨਸ਼ਿਆਂ ਦਾ ਵਿਸ਼ਾ। ਦੋਸਤੋ, ਇੱਥੇ ਇੱਕ ਭੁੱਲ ਦੀ ਸੋਧ ਵੀ ਕਰਨੀ ਹੈ ਜਿਹੜੀ ਪਿਛਲੇ ਐਪੀਸੋਡ ਦੇ ਵਿੱਚ ਹੋ ਗਈ ਸੀ।
ਵੇਗ ਦੇ ਵਿੱਚ ਇਹ ਬੋਲਿਆ ਗਿਆ ਸੀ ਕਿ ਇੱਕ ਹਰਾਰੀ ਨਾਂ ਦੇ ਵਿਦਵਾਨ ਹੋਏ ਨੇ। ਅਸਲ ਦੇ ਵਿੱਚ ਉਹ 48 ਸਾਲ ਦੇ ਹੀ ਨੇ ਤੇ ਯਰੂਸ਼ਲਮ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗੇ ਹੋਏ ਆ। ਇਸ ਭੁੱਲ ਦੇ ਲਈ ਸਾਨੂੰ ਬੜਾ ਖੇਦ ਹੈ, ਮਾਫ ਕਰਨਾ। ਔਰ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਿ ਗਲੋਬਲ ਟੈਲੀਕਾਸਟ ਨੂੰ ਸਬਸਕ੍ਰਾਈਬ ਕਰ ਲਓ, ਇਸ ਭਾਗ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰਨ ਦੇ ਲਈ ਕਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।